ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅੰਦੋਲਨੀ ਜਿੱਤ। ਕਿਸਾਨ ਪੰਜਾਬ ਵਾਪਸੀ ਕਰਨ ਤੋਂ ਬਾਅਦ ਦੀਪਮਾਲਾ ਦੀ ਤਿਆਰੀ ਕਰਦੇ ਦਿਖਾਈ ਦੇ ਰਹੇ ਨੇ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਤਿੰਨੇ ਖੇਤੀ ਕਾਨੂੰਨ ਰੱਦ ਹੋ ਚੁੱਕੇ ਨੇ। ਜਿਹੜਾ ਪਾਰਲੀਮੈਂਟ ਦੇ ਦੋਨੋਂ ਸੈਸ਼ਨਾਂ ਵੱਲੋਂ ਵੀ ਉਸ 'ਤੇ ਮੋਹਰ ਲਗਾ ਦਿੱਤੀ ਹੈ। ਇਸ ਤੋਂ ਬਾਅਦ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਵੀ ਕੇਂਦਰ ਸਰਕਾਰ ਵੱਲੋਂ ਜਿਹੜੀ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਵੀ ਬਸ ਸਹਿਮਤੀ ਹੋ ਚੁੱਕੀ ਹੈ, ਜਿਵੇਂ ਐਲਾਨ ਹੋਣਾ ਬਾਕੀ ਹੋਵੇ। ਜੇਕਰ ਗੱਲ ਕਰੀਏ MSP ਦੇ ਮੁੱਦੇ ਦੀ, ਤਾਂ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਤੋਂ ਜਿਹੜਾ ਕਮੇਟੀ 'ਚ ਮੈਂਬਰ ਪਾਉਣ ਲਈ ਨਾਮ ਮੰਗ ਲਿੱਤੇ ਗਏ ਨੇ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੀ 5 ਮੈਂਬਰਾਂ ਦੇ ਨਾਮ ਦੇਣ ਦੀ ਜਿਹੜੀ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਕਿਸਾਨ ਜਥੇਬੰਦੀਆਂ ਵੀ 5 ਮੈਂਬਰਾਂ ਦੇ ਨਾਮ ਸੈਂਟਰ ਨੂੰ ਦੇ ਦੇਣਗੇ। ਅਸੀਂ ਜਾਣਨਾ ਚਾਹਾਂਗੇ ਜੋ ਇਹ ਸਾਰੀ ਚੱਲ ਰਹੀ ਹੈ ਚਾਰਾਜੋਈ ਹੋ ਰਹੀ ਹੈ ਅੰਦੋਲਨ ਨੂੰ ਲੈ ਕੇ, ਤੁਸੀਂ ਸਾਰੇ ਚਾਰਾਜੋਈ ਨੂੰ ਕਿਵੇਂ ਦੇਖਦੇ ਹੋ? ਦੇਖੋ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਅਗਲੀ ਮੀਟਿੰਗ ਹੈ ਉਹ 4 ਦਸੰਬਰ ਨੂੰ ਹੋਣ ਜਾ ਰਹੀ ਹੈ ਔਰ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਔਰ ਪਾਰਲੀਮੈਂਟ ਦੇ ਵਿੱਚੋਂ ਮੋਹਰ ਲੱਗਣ ਤੋਂ ਬਾਅਦ ਜਿਹੜੀ ਅੰਦੋਲਨ ਵਾਪਸੀ ਦਾ ਫੈਸਲਾ ਹੈ ਉਹ ਇਸ ਮੀਟਿੰਗ 'ਚ ਲਏ ਜਾਣ ਦੀ ਕਾਫੀ ਹੱਦ ਤੱਕ ਸੰਭਾਵਨਾ ਹੈ ਜੀ। ਚਾਹੇ ਗੈਰ ਰਸਮੀ ਤੌਰ 'ਤੇ ਕਾਫੀ ਗੱਲਾਂ ਜਿਹੜੀਆਂ ਕਲੀਅਰ ਹੋ ਚੁੱਕੀਆਂ ਨੇ ਕਿਸਾਨ ਧਿਰਾਂ ਨਾਲ, ਪਰ ਫਿਰ ਵੀ ਜਿਹੜਾ ਰਸਮੀ ਐਲਾਨ ਹੈ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਦਸੰਬਰ ਨੂੰ ਕੀਤਾ ਜਾਣਾ ਹੈ ਜੀ। ਔਰ ਕਾਫੀ ਹੱਦ ਤੱਕ ਇਹ ਜਿਹੜਾ ਅੰਦੋਲਨ ਹੈ ਉਸ ਦਿਨ ਨੂੰ ਸਮੇਟੇ ਜਾਣ ਦੀ ਸੰਭਾਵਨਾ ਹੈਗੀ ਹੈ ਜੀ। ਔਰ ਬਹੁਤੇ ਸਾਰੇ ਜਿਹੜੇ ਕਿਸਾਨ ਹੈ ਉਹਨਾਂ ਨੇ ਉੱਥੇ ਜਿਹੜਾ ਆਪਣਾ ਕੰਮਕਾਰ ਹੈ ਜਾਂ ਆਪਾਂ ਕਹਿ ਲਈਏ ਜਿਹੜਾ ਸਾਜੋ ਸਮਾਨ ਨਾਲ ਲੈ ਕੇ ਗਏ ਸੀ ਰਹਿਣ ਸਹਿਣ ਦਾ, ਉਹਨੂੰ ਉੱਠਣਾ ਸ਼ੁਰੂ ਕਰ ਦਿੱਤਾ, ਭਰਨਾ ਸ਼ੁਰੂ ਕਰ ਦਿੱਤਾ। ਕੁਝ ਕਿਸਾਨ ਵਾਪਸ ਆਏ ਵੀ ਨੇ ਜੀ। ਵੈਸੇ ਤਾਂ ਕਿਸਾਨਾਂ ਦੀ ਜਿੱਤ ਉਸ ਦਿਨ ਹੀ ਹੋ ਗਈ ਸੀ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 19 ਨਵੰਬਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਪਰ ਪਾਰਲੀਮੈਂਟ 'ਚ ਕਿਸਾਨਾਂ ਦਾ ਇਹ ਸੀ ਕਿ ਜਿੰਨਾ ਚਿਰ ਰਸਮੀ ਤੌਰ 'ਤੇ ਵਾਪਸ ਨਹੀਂ ਹੁੰਦੇ ਸੀ ਅੰਦੋਲਨ ਹੈ ਜਿਹੜਾ ਆਪਣਾ ਜਾਰੀ ਰੱਖਾਂਗੇ। ਭਾਰਤ ਸਰਕਾਰ ਨੇ ਜਿੰਨੀ ਤੇਜ਼ੀ ਨਾਲ, ਜਿਸ ਸਪੀਡ ਨਾਲ ਇਹ ਕਾਨੂੰਨ ਬਣਾਏ ਸੀ, ਉਸ ਤੋਂ ਜ਼ਿਆਦਾ ਸਪੀਡ ਨਾਲ ਕਾਨੂੰਨ ਹੈ ਜਿਹੜੇ ਇਹ ਵਾਪਸ ਲਏ ਨੇ ਅਤੇ ਹੁਣ ਇਹ ਜਿਹੜਾ ਬਿੱਲ ਨੇ ਵਾਪਸੀ ਵਾਲੇ ਇਹ ਰਾਸ਼ਟਰਪਤੀ ਕੋਲ ਗਏ ਨੇ ਔਰ ਕਿਸੇ ਵੇਲੇ ਵੀ ਉਹਨਾਂ ਦੀ ਜਿਹੜੀ ਮੋਹਰ ਲੱਗਣ ਦੀ ਸੰਭਾਵਨਾ ਹੈ। ਜੀ। ਹੋ ਸਕਦਾ ਅੱਜ ਸ਼ਾਮ ਤੱਕ ਹੀ ਇਸ 'ਤੇ ਉਹਨਾਂ ਦੀ ਸਟੈਂਪ ਹੈ ਜਿਹੜੀ ਲੱਗ ਜਾਵੇ, ਦਸਤਖਤ ਹੋ ਜਾਣ। ਪਰ ਕਿਸਾਨਾਂ ਦੇ ਕੁਝ ਮਸਲੇ ਸੀ ਆਤਿਸ਼, ਕੁਛ ਬਕਾਇਆ ਮਸਲੇ ਸੀ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਨੇ ਇਹ ਕਿਹਾ ਸੀਗਾ ਕਿ ਸਾਡੇ ਮਸਲੇ ਹੱਲ ਕਰੋ ਪਹਿਲਾਂ, ਉਸ ਤੋਂ ਬਾਅਦ ਅਸੀਂ ਅੰਦੋਲਨ ਸਮਾਪਤੀ ਦਾ ਐਲਾਨ ਕਰਾਂਗੇ। ਉਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਸੀ ਉਹ ਇਹ ਸੀ ਕਿ ਜਿਹੜਾ MSP ਹੈ ਫਸਲਾਂ 'ਤੇ ਦਿੱਤੀ ਜਾਂਦੀ, ਉਸ ਨੂੰ ਲੀਗਲ ਰਾਈਟ ਬਣਾਇਆ ਜਾਵੇ। ਜੀ। ਮਸਲਾ ਬਹੁਤ ਵੱਡਾ ਹੈ। ਇਹਦੇ ਵਿੱਚ ਭਾਰਤ ਸਰਕਾਰ ਨੇ ਇਹ ਇਸ਼ਾਰਾ ਕੀਤਾ ਜਾਂ ਕਿਹਾ ਹੈਗਾ ਕਿ ਅਸੀਂ ਤੇ ਕਮੇਟੀ ਬਣਾਉਣ ਨੂੰ ਤਿਆਰ ਹਾਂ ਔਰ ਕੱਲ੍ਹ ਕੇਂਦਰ ਸਰਕਾਰ ਨੇ ਕਿਸਾਨ ਧਿਰਾਂ ਤੋਂ 5 ਨਾਮ ਵੀ ਮੰਗੇ ਨੇ ਤਾਂ ਕਿ ਉਹਨਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇ ਕੇ ਉਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਹ ਕਮੇਟੀ ਡਿਸਾਈਡ ਕਰੇ MSP ਦੇ ਲੀਗਲ ਰਾਈਟ ਬਾਰੇ। ਜੀ। ਔਰ 32 ਕਿਸਾਨ ਧਿਰਾਂ ਦੀ ਜਿਹੜੀ ਮੀਟਿੰਗ ਹੋਈ ਹੈ, ਕੱਲ੍ਹ ਵੀ ਹੋਈ ਹੈ, ਅੱਜ ਵੀ ਹੋਈ ਹੈ, ਉਹਦੇ ਵਿੱਚ ਇਹ ਰਣਨੀਤੀ ਬਣਦੀ ਨਜ਼ਰ ਆ ਰਹੀ ਹੈ ਕਿ 5 ਨਾਮਾਂ ਦੇ ਵਿੱਚੋਂ 2 ਨੁਮਾਇੰਦੇ ਹੈ ਜਿਹੜੇ ਉਹ ਪੰਜਾਬ 'ਚੋਂ ਲਏ ਜਾਣੇ ਨੇ ਔਰ ਇੱਕ ਨੁਮਾਇੰਦਾ ਹੈ ਜਿਹੜਾ ਉਹ ਰਾਜਸਥਾਨ, ਹਰਿਆਣਾ ਔਰ UP 'ਚੋਂ ਲਿਆ ਜਾਣਾ ਹੈ। ਜੀ। ਔਰ ਪੰਜਾਬ 'ਚੋਂ ਜਿਹੜੇ 2 ਨੁਮਾਇੰਦੇ ਲਏ ਜਾਣੇ ਹੈ ਉਹਦੇ ਬਾਰੇ ਇੱਕ ਆਪਸੀ ਜਿਹੜੀ ਸਹਿਮਤੀ ਬਣੀ ਹੈ ਧਿਰਾਂ ਦੀ, ਉਹ ਇਹ ਹੈ ਕਿ ਇੱਕ ਤਾਂ ਕਿਸਾਨ ਆਗੂ ਹੋਏਗਾ ਔਰ ਇੱਕ ਜਿਹੜਾ ਇਕੋਨੋਮਿਸਟ ਹੋਏਗਾ, ਕੋਈ ਅਰਥ ਸ਼ਾਸਤਰੀ ਹੋਏਗਾ, ਜਿਹਦੇ ਵਿੱਚ ਸੁੱਚਾ ਸਿੰਘ ਗਿੱਲ ਦੇ ਨਾਮ ਦੀ ਚਰਚਾ ਹੈ, ਦਵਿੰਦਰ ਸ਼ਰਮਾ ਦੇ ਨਾਮ ਦੀ ਚਰਚਾ ਹੈ, PAU ਵਾਲੇ ਸੁਖਪਾਲ ਸਿੰਘ ਹੈ ਉਹਨਾਂ ਦੇ ਨਾਮ ਦੀ ਚਰਚਾ ਹੈ, ਰਣਜੀਤ ਸਿੰਘ ਘੁੰਮਣ ਦੇ ਨਾਮ ਦੀ ਚਰਚਾ। ਉਹ ਕੋਈ ਵੀ ਹੋ ਸਕਦਾ, ਇਹ ਹੋ ਸਕਦਾ 1-2 ਦਿਨਾਂ 'ਚ ਡਿਸਾਈਡ ਕਰ ਲੈਣਗੇ। ਜੀ। ਪਰ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ, ਪਤਾ ਲੱਗਿਆ ਕਿ ਉਹ ਕਾਫੀ ਕਾਹਲ 'ਚ ਨੇ ਕਿ ਜਿੰਨਾ ਜਲਦੀ ਇਹ ਅੰਦੋਲਨ ਸਮੇਟਿਆ ਜਾਵੇ। ਕਿਸਾਨ ਜੋ ਵੀ ਮੰਗ ਅੱਗੇ ਰੱਖਦੇ ਨੇ ਉਹ ਤਕਰੀਬਨ ਕੋਸ਼ਿਸ਼ ਕਰਦੇ ਨੇ ਕਿ ਅਸੀਂ ਉਹਨੂੰ ਜਲਦੀ ਤੋਂ ਜਲਦੀ ਪੂਰੀ ਕਰ ਦਈਏ, ਕਿਉਂਕਿ ਅੱਗੇ ਸੰਭਾਵਨਾ ਦੱਸੀ ਜਾ ਰਹੀ ਕਿ 20 ਦਸੰਬਰ ਤੋਂ ਬਾਅਦ 5 ਸੂਬਿਆਂ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਚੋਣ ਜ਼ਾਬਤਾ ਹੈ ਉਹ ਕਿਸੇ ਵੇਲੇ ਵੀ ਲੱਗ ਸਕਦਾ ਹੈ। ਜੀ। ਚਾਹੇ ਭਾਰਤ ਸਰਕਾਰ ਕਾਲ ਦੇ ਵਿੱਚ ਹੈਗੀ ਹੈ,
ਪਰ ਸਾਡੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਹੁਣ ਇੰਨੀ ਕਾਹਲ ਨਹੀਂ ਦਿਖਾ ਰਿਹਾ ਜਿੰਨਾ ਕੇਂਦਰ ਸਰਕਾਰ ਦਿਖਾ ਰਹੀ ਹੈ। ਉਹਦੇ ਪਿੱਛੇ ਇੱਕ ਰੀਜ਼ਨ ਤਾਂ ਇਹ ਹੈ ਕਿ ਜਿਹੜੇ ਬਕਾਇਆ ਮੰਗਾਂ ਦੀ ਪੂਰਤੀ ਹੋ ਜੇ। ਜੀ ਦੂਜਾ ਕਾਰਨ ਇਹ ਵੀ ਹੈ ਆਤਿਸ਼ ਕਿ ਕਿਸਾਨ ਮੋਰਚੇ ਦੇ ਜਿੰਨੇ ਵੀ ਆਗੂ ਹੈ ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਇੱਕ ਸਾਲ ਦੇ ਵਿੱਚ ਆਪਸੀ ਏਕਤਾ ਸਹਿਚਾਰ ਆਗੂਆਂ ਦੇ ਵਿੱਚ ਯੂਨਿਟੀ ਬਣੀ ਹੋਈ ਸੀ, ਜਿਸ ਮਾਹੌਲ ਨਾਲ ਬਣੀ ਹੋਈ ਸੀ, ਇਹ ਜਿਹੜੇ ਅੰਦੋਲਨ ਦੀ ਸਮਾਪਤੀ ਵੀ ਹੈ ਉਹ ਉਸੇ ਜਲਾਓ ਨਾਲ ਹੋਵੇ, ਜੀ ਉਸੇ ਏਕਤਾ ਨਾਲ ਹੋਵੇ। ਕਿਸੇ ਕਿਸਮ ਦਾ ਜਿਵੇਂ ਚਰਚੇ ਇਹ ਵੀ ਚੱਲ ਰਹੇ ਨੇ ਕਿ ਕੁਝ ਕਿਸਾਨ ਧਿਰਾਂ ਸਹਿਮਤ ਨਹੀਂ ਕਿ ਅਜੇ ਅੰਦੋਲਨ ਨਾ ਖਤਮ ਕੀਤਾ ਜਾਵੇ, ਕਿ ਜਿੰਨਾ ਚਿਰ ਬਾਕੀ ਬਕਾਇਆ ਮੰਗਾਂ ਤੇ ਮੋਹਰ ਨਹੀਂ ਲੱਗਦੀ। ਪਰ ਜਿਸ ਤਰ੍ਹਾਂ ਕੱਲ੍ਹ ਨਰਿੰਦਰ ਤੋਮਰ ਹੋਰਾਂ ਨੇ ਜਿਹੜਾ ਪਰਾਲੀ ਵਾਲਾ ਇਸ਼ੂ ਹੈ ਉਹਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕਰ ਦਿੱਤਾ, ਜਿਹੜਾ ਜ਼ੁਲਮ ਦੇ ਵਿੱਚੋਂ ਕਿਹਾ ਕਿ ਉਹ ਨਹੀਂ ਸ਼ਾਮਲ ਹੋਣਗੇ ਉਹਦੇ ਵਿੱਚ। ਇਸ ਤਰ੍ਹਾਂ ਜਿਹੜਾ ਬਿਜਲੀ ਸੋਧ ਬਿੱਲ ਹੈ ਉਹਦੇ ਬਾਰੇ ਵੀ ਜਿਹੜੀ ਕੇਂਦਰ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ ਕਿ ਅਸੀਂ ਉਸ ਨੂੰ ਇਸ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਨਹੀਂ ਪੇਸ਼ ਕਰਾਂਗੇ, ਕਿਉਂਕਿ ਪਿਛਲੇ ਸੈਸ਼ਨ ਦੇ ਵਿੱਚ ਵੀ ਏਜੰਡੇ ਤੇ ਲੱਗਿਆ ਸੀ, ਉਦੋਂ ਵੀ ਪੈਂਡਿੰਗ ਰੱਖ ਦਿੱਤਾ ਸੀ, ਇਹਦੇ ਵੀ ਪੈਂਡਿੰਗ ਰੱਖਤਾ। ਇਹਦਾ ਮਤਲਬ ਹੈ ਕਿ ਕਿਸਾਨਾਂ ਨੇ 3 ਕਾਨੂੰਨ ਰੱਦ ਨਹੀਂ ਕਰਾਏ, ਬਲਕਿ 5 ਕਾਨੂੰਨਾਂ ਦਾ ਇਸ਼ੂ ਤੇ ਕਿਸਾਨਾਂ ਦੀ ਜਿਹੜੀ ਇੱਕ ਤਰੀਕੇ ਨਾਲ ਜਿੱਤ ਹੋਈ ਹੈ। ਜਿਹੜੇ ਬਾਕੀ ਮਸਲਾ ਸੀ, ਵੱਡਾ ਮਸਲਾ ਸੀ ਆਉਂਦਾ ਸੀ ਕਿ ਜਿਹੜੇ ਪੁਲਿਸ ਕੇਸ ਦਰਜ ਹੋਏ ਨੇ ਉਹਦੇ ਬਾਰੇ ਪਤਾ ਲੱਗਿਆ ਹੈ ਕਿ ਭਾਰਤ ਸਰਕਾਰ ਨੇ ਕਿਹਾ ਹੋਮ ਮਿਨਿਸਟਰੀ ਨੂੰ ਕਿ ਜਿਹੜੇ ਦਿੱਲੀ ਵਿੱਚ ਕੇਸ ਹੋਏ ਨੇ ਦਰਜ 26 ਜਨਵਰੀ ਨਾਲ ਤਾਲੁਕ ਰੱਖਦੇ ਔਰ ਚੰਡੀਗੜ੍ਹ ਦੇ ਵਿੱਚ ਹੋਏ ਨੇ ਜੂਨ ਵਾਲੇ ਕੇਸ ਹੈ ਜਿਹੜੇ, ਕਿ ਉਹ ਸਾਰੇ ਵਾਪਸ ਲਏ ਜਾਣਗੇ। ਹਰਿਆਣਾ ਸਰਕਾਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜਿੰਨੇ, ਕਿਉਂਕਿ ਵੱਡੀ ਗਿਣਤੀ 'ਚ 48,000 ਦੇ ਕਰੀਬ ਕਿਸਾਨਾਂ ਦੇ ਕੇਸ ਹਰਿਆਣਾ ਸਰਕਾਰ ਨੇ ਦਰਜ ਕੀਤੇ ਨੇ। ਤਾਂ ਅੱਜ ਚੜੂਨੀ ਸਾਹਿਬ ਨੇ ਵੀ ਹਰਿਆਣੇ ਦੀ ਜਿਹੜੀ ਕਿਸਾਨ ਧਿਰਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈਗੀ ਹੈ, ਤਾਂ ਉਹਨਾਂ ਨੇ ਕੁਝ ਮੰਗਾਂ ਆਪਣੀਆਂ ਰੱਖੀਆਂ ਨੇ। ਤਾਂ ਉਹਨਾਂ ਨੇ ਇਹ ਵੀ ਮੰਗ ਰੱਖੀ ਕਿ ਪਹਿਲਾਂ ਇਹਨਾਂ ਪਰਚਿਆਂ ਨੂੰ ਜਿਹੜਾ ਵਾਪਸ ਲੈਣ ਦਾ ਐਲਾਨ ਕੀਤਾ ਜਾਵੇ, ਕੋਈ ਲਿਖਤੀ ਫੈਸਲਾ ਸਾਨੂੰ ਦਿੱਤਾ ਜਾਵੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਸ਼ਹੀਦ ਹੋਏ ਨੇ ਕਿਸਾਨ ਅੰਦੋਲਨ ਦੌਰਾਨ ਉਹਨਾਂ ਦਾ ਸਮਾਰਕ ਬਣਾਉਣ ਲਈ ਸਾਨੂੰ ਢੁਕਵੀਂ ਜਿਹੜੀ ਜਗ੍ਹਾ ਦਾ ਐਲਾਨ ਕੀਤਾ ਜਾਵੇ। ਇਹ ਵੀ ਵੱਡਾ ਮਸਲਾ ਹੈਗਾ। ਇੱਕ ਲਖੀਮਪੁਰ ਖੀਰੀ ਵਾਲਾ ਜਿਹੜੇ 5 ਲੋਕਾਂ ਨੂੰ ਦਰੜ ਕੇ ਮਾਰ ਦਿੱਤਾ ਸੀ, ਅਜੇ ਮਿਸ਼ਰਾ ਵਾਲਾ ਇਸ਼ੂ ਹੈ, ਉਹਦੀ ਗ੍ਰਿਫਤਾਰੀ ਵਾਲਾ ਹੈਗਾ। ਉਹਦੇ ਵਿੱਚ ਜਿੱਥੇ ਕ੍ਰਾਸ ਕੇਸ ਕਿਸਾਨਾਂ 'ਤੇ ਹੋਇਆ ਸੀ, ਤੇਂਦਰ ਸਿੰਘ ਵਿਰਕ ਦੇ ਅਦਰਸ 'ਤੇ ਕਰੀਬ 11-12 ਜਣੇ ਸੀ, ਤਾਂ ਉਹ 'ਤੇ ਸਰਕਾਰ ਇਸ ਗੱਲ 'ਤੇ ਸਹਿਮਤ ਹੋਈ ਹੈ ਕਿ ਅਸੀਂ ਉਹ 302 ਦੀ ਜਿਹੜੀ ਧਾਰਾ ਹੈ ਕਤਲ ਕੇਸ ਵਾਲੀ, ਉਸ ਨੂੰ ਤੋੜ ਦਿਆਂਗੇ। ਉਸ 'ਤੇ ਵੀ ਥੋੜ੍ਹੀ ਜਿਹੀ ਲਚਕੀਲਾਪਨ ਸਰਕਾਰ ਨੇ ਦਿਖਾਇਆ ਹੈਗਾ। ਜਿਹੜਾ ਕੰਪਨਸੇਸ਼ਨ ਵਾਲਾ ਮਸਲਾ ਹੈਗਾ ਉਹ ਉਹਨਾਂ ਨੇ ਸਟੇਟ ਗੌਰਮੈਂਟ 'ਤੇ ਛੱਡ ਦਿੱਤਾ ਹੈ। ਤਾਂ ਮੋਟੇ ਤੌਰ 'ਤੇ ਜਿੰਨੇ ਕੁ ਕਿਸਾਨਾਂ ਨੇ ਇਸ਼ੂ ਜਿਹੜੇ ਰੇਜ਼ ਕੀਤੇ ਸੀ ਉਹ ਲਗਭਗ ਉਹਨਾਂ ਨੇ ਪੂਰੇ ਕਰ ਦਿੱਤੇ ਨੇ। ਔਰ ਹੁਣ ਇਹ ਹੈ ਕਿ ਇਹਨਾਂ ਇਸ਼ੂਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਆਪਸੀ ਸਹਿਮਤੀ ਬਣੇਗੀ। ਪੰਜਾਬ ਵਾਲੀਆਂ ਕਿਸਾਨ ਧਿਰਾਂ ਤਕਰੀਬਨ ਸਹਿਮਤ ਨੇ, ਪਰ ਜਿੱਥੇ ਵੀ ਥੋੜ੍ਹਾ ਬਹੁਤਾ ਕੁਛ ਮਤਭੇਦ ਨੇ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਮਤਭੇਦਾਂ ਨੂੰ ਦੂਰ ਕਰ ਲਿਆ ਜਾਵੇ। ਤਾਂ ਉਸ ਤੋਂ ਬਾਅਦ ਦੀ ਵੀ ਅੱਗੇ ਨਾਲੋਂ ਨਾਲ ਜਿਹੜੀ ਤਿਆਰੀ ਹੈ ਉਹ ਕਿਸਾਨ ਧਿਰਾਂ ਨੇ ਸ਼ੁਰੂ ਕੀਤੀ ਹੋਈ ਹੈ। ਤਾਂ ਜੇ ਕੋਈ ਵੱਡਾ ਅੜਿੱਕਾ ਨਹੀਂ ਬਣਦਾ, 4 ਦਸੰਬਰ ਨੂੰ ਅੰਦੋਲਨ ਵਾਪਸੀ ਦਾ ਫੈਸਲਾ ਹੋ ਜਾਂਦਾ ਹੈ, ਤਾਂ ਪੰਜਾਬ ਦੀਆਂ ਕਿਸਾਨ ਧਿਰਾਂ ਨੇ ਪੰਜਾਬ ਦੇ ਵਿੱਚ ਚਾਹੇ ਜਸ਼ਨ ਪਿਛਲੇ ਕੁਝ ਦਿਨਾਂ ਤੋਂ ਮਨਾਏ ਜਾ ਰਹੇ ਨੇ, ਪਰ ਉਹ ਚਾਹੁੰਦੇ ਨੇ ਕਿ ਇਹਨੂੰ ਪੂਰੀ ਤਰ੍ਹਾਂ ਸੈਲੀਬ੍ਰੇਟ ਕੀਤਾ ਜਾਵੇ, ਕਿਸਾਨਾਂ ਦੀ ਇੱਕ ਵੱਡੀ ਜਿੱਤ ਦਾ ਇੱਕ ਦਿਖਾਇਆ ਜਾਵੇ ਪੰਜਾਬ ਦੇ ਵਿੱਚ। ਤਾਂ ਸਾਰੇ ਪੰਜਾਬ ਦੇ ਵਿੱਚ ਇੱਕ ਸੱਦਾ ਦਿੱਤਾ ਜਾਣਾ ਹੈ, ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਕਿ ਉਸ ਦਿਨ ਸਮੁੱਚੇ ਪੰਜਾਬ ਦੇ ਵਿੱਚ ਦੀਪਮਾਲਾ ਜਿਹੜੀ ਉਹ ਕੀਤੀ ਜਾਏਗੀ, ਤਾਂ ਕਿ ਇੱਕ ਇੰਪਰੈਸ਼ਨ ਖੜਾ ਕੀਤਾ ਜਾਵੇ, ਇੱਕ ਸੁਨੇਹਾ ਦਿੱਤਾ ਜਾ ਸਕੇ, ਇੱਕ ਜਿੱਤ ਨੂੰ ਸੈਲੀਬ੍ਰੇਟ ਕੀਤਾ ਜਾ ਸਕੇ। ਅਤੇ ਨਾਲ ਹੀ ਕਿਸਾਨ ਆਗੂ ਸਾਰੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਉਹ ਆ ਸਕਦੇ ਨੇ। ਜਿੱਥੋਂ ਤੱਕ ਪਤਾ ਲੱਗੇ ਸ਼੍ਰੀ ਦਰਬਾਰ ਸਾਹਿਬ ਜਾ ਸਕਦੇ ਮੱਥਾ ਟੇਕਣ, ਉਸ ਤੋਂ ਬਾਅਦ ਜਲ੍ਹਿਆਂਵਾਲੇ ਬਾਗ ਜਾ ਸਕਦੇ ਨੇ, ਦੁਰਗਿਆਨਾ ਮੰਦਿਰ ਜਾ ਸਕਦੇ ਨੇ। ਤਾਂ ਇਸ ਕਿਸਮ ਦੀ ਜਿਹੜੀ ਰਣਨੀਤੀ ਹੈ ਉਹ ਤਿਆਰ ਕੀਤੀ ਹੈ। ਹੁਣ ਆਪਾਂ ਦੇਖਣਾ ਇਹ ਹੈਗਾ ਕਿ ਸਰਕਾਰ ਹੈ ਜਿਹੜੇ ਕੇਸ ਦਰਜ ਹੋਏ ਆ ਉਹਨਾਂ ਦੀ ਵਾਪਸੀ ਲਈ ਜਿਹੜਾ ਹੋਮ ਮੰਤਰਾਲਾ ਹੈ ਉਹ ਕਿੰਨਾ ਛੇਤੀ ਪੈਂਤੜਾ ਲੈਂਦਾ, ਫੈਸਲਾ ਲੈਂਦਾ, ਔਰ ਕੋਈ ਲਿਖਤੀ ਨੋਟੀਫਿਕੇਸ਼ਨ ਜਿਹੜਾ ਜਾਂ ਜਾਰੀ ਕਰਦਾ ਹੈਗਾ। ਅਤੇ ਉਸ ਤੋਂ ਬਾਅਦ ਹੀ ਜਿਹੜੇ ਜਸ਼ਨਾਂ ਦੀ ਤਿਆਰੀ ਹੈ ਨਾਲੋਂ ਨਾਲ ਸ਼ੁਰੂ ਹੋ ਜਾਣੀ ਹੈ, ਕਿਉਂਕਿ ਕਿਸਾਨ ਹੈ ਜਿਹੜੇ ਉਹਨਾਂ ਨੂੰ, ਜਿਵੇਂ ਪਿੰਡਾਂ ਦੇ ਵਿੱਚ ਤਾਂ ਇੱਕ ਆਤਿਸ਼ ਹਾਸੇ ਮਜ਼ਾਕ ਦੇ ਵਿੱਚ ਇਹ ਵੀ ਕਿਹਾ ਜਾਣ ਲੱਗਿਆ ਕਿ ਕਿਸਾਨਾਂ ਨੇ ਜਿਹੜਾ ਹਾਥੀ ਹੈ ਉਹਨੂੰ ਢਾਲਿਆ, ਹੁਣ ਤਾਂ ਉਹਦੇ ਅੱਗੇ ਕਹਿੰਦਾ ਕੰਨ ਹੈ ਜਿਹੜੇ ਉਹ ਮਸਲੇ ਜਾ ਰਹੇ ਨੇ। ਤਾਂ ਇਸ ਕਿਸਮ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉੱਠ ਰਹੀਆਂ ਨੇ, ਪਰ ਇਹ ਤਾਂ ਕੁਦਰਤੀ ਹੈ ਕਿ ਸਾਡੀ ਭਾਰਤ ਸਰਕਾਰ ਜਾਂ ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਰ ਨਾਲ ਇਹ ਗੱਲ ਸਮਝ ਆਈ ਹੈ, ਕਿਉਂਕਿ ਹੁਣ ਤੱਕ ਤਾਂ ਉਹਨਾਂ ਨੂੰ ਇਹੀ ਲੱਗਦਾ ਰਿਹਾ ਸੀਗਾ ਕਿ ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਕਾਰਪੋਰੇਟ ਨੂੰ ਮਜ਼ਬੂਤ ਕਰਨਾ ਪਏਗਾ। ਪਰ ਉਹਨਾਂ ਨੂੰ ਆਤਿਸ਼ ਇਸ ਗੱਲ ਦਾ ਖਿਆਲ ਹੀ ਨਹੀਂ ਸੀ ਕਿ ਅਗਰ ਕਿਸਾਨ ਕਮਜ਼ੋਰ ਹੋ ਗਿਆ ਤਾਂ ਕਾਰਪੋਰੇਟ ਕਿੱਦਾਂ ਮਜ਼ਬੂਤ ਹੋਏਗਾ। ਕਿਸਾਨ ਦੀ ਕਮਜ਼ੋਰੀ ਦਾ ਮਤਲਬ ਹੈ ਕਿ ਦੁਕਾਨਦਾਰ ਦਾ ਕਮਜ਼ੋਰ ਹੋ ਜਾਣਾ, ਦੁਕਾਨਦਾਰ ਦਾ ਕਮਜ਼ੋਰ ਹੋਣ ਜਾਣ ਦਾ
ਮਤਲਬ ਸਿੱਧਾ ਹੈ ਕਿ ਬਾਜ਼ਾਰ ਦਾ ਕਮਜ਼ੋਰ ਹੋ ਜਾਣਾ, ਜੀ। ਕਿਉਂਕਿ ਸਮੁੱਚਾ ਅਰਥਚਾਰਾ ਹੈ ਜਿਹੜਾ ਉਹ ਕਿਸਾਨੀ ਤੇ ਖੜਾ ਹੈ। ਸਮਾਜ ਦੇ ਕਿੱਡੇ ਵੱਡੇ ਤਬਕੇ ਨਾਲ ਤੁਸੀਂ ਇਸ ਕਿਸਮ ਦਾ ਧਰੋ ਕਮਾਓਗੇ ਤਾਂ ਉਹਦੇ ਵਿੱਚੋਂ ਹੁਣ ਦੇਖ ਹੀ ਲਿਆ ਉਹਨਾਂ ਨੇ ਕਿ ਜਿੰਨੇ ਵੀ ਸਰਵੇ ਉਹਨਾਂ ਦੇ ਆਪਣੇ ਆਏ ਨੇ ਇੰਟਰਨਲ ਜਾਂ ਉਹਨਾਂ ਦਾ ਬਖੇੜਾ ਹੋਇਆ ਭਾਜਪਾ ਦੇ ਅੰਦਰ, ਉਹਦੇ ਵਿੱਚ ਉਹਨਾਂ ਨੂੰ ਆਪਣਾ ਧਰਾਤਲ ਹੈ ਜਿਹੜਾ ਉਹ ਨਜ਼ਰ ਆ ਗਿਆ ਅਗਲੀਆਂ ਚੋਣਾਂ ਨੂੰ ਲੈ ਕੇ। ਇਸੇ ਕਰਕੇ ਜਿੰਨੀ ਤੇਜ਼ੀ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕਾਨੂੰਨ ਬਣਾਏ ਸੀ, ਉਨੀ ਤੇਜ਼ੀ ਨਾਲ ਵਾਪਸ ਲਏ ਨੇ। ਪਰ ਕਿਸਾਨ ਕਾਲ ਦੇ ਵਿੱਚ ਨਹੀਂ, ਉਹਨਾਂ ਨੂੰ ਲੱਗਦਾ ਕਿ 4 ਦਸੰਬਰ ਨੂੰ ਸਾਰਿਆਂ ਦੀ ਸਹਿਮਤੀ ਬਣਨ ਤੋਂ ਬਾਅਦ ਹੀ ਇਹ ਜਿਹੜਾ ਫੈਸਲਾ ਲਏਗਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਸ਼ਨਾਂ ਦਾ ਦੌਰ ਹੈ ਜਿਹੜਾ ਸ਼ੁਰੂ ਹੋਏਗਾ। ਜੀ ਚਰਨਜੀਤ ਜੀ, ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਪਾਸੇ ਭਾਰਤ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੈ, ਸਾਰੀਆਂ ਮੰਗਾਂ ਮੰਨ ਰਹੀ ਹੈ, ਤੇ ਦੂਜੇ ਪਾਸੇ ਅੱਜ ਵੀ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਆਪਣੇ ਨਰਿੰਦਰ ਤੋਮਰ ਨੇ, ਉਹ ਐਲਾਨ ਕਰ ਰਹੇ ਨੇ ਸੰਸਦ ਦੇ ਵਿੱਚ ਵੀ ਉਹਨਾਂ ਕੋਲ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਕੋਈ ਸੂਚਨਾ ਨਹੀਂ ਹੈ, ਕੋਈ ਉਹਨਾਂ ਕੋਲ ਡਾਟਾ ਨਹੀਂ ਹੈ। ਅਸੀਂ ਜਾਣਨਾ ਚਾਹਾਂਗੇ ਕਿਉਂਕਿ ਇੱਕ ਪਾਸੇ ਸਰਕਾਰ ਸਾਰੀਆਂ ਮੰਗਾਂ ਮੰਨ ਰਹੀ ਹੈ, ਦੂਜੇ ਪਾਸੇ ਫਿਰ ਨਰਿੰਦਰ ਤੋਮਰ ਦੇ ਜਿਹੜੇ ਅਜਿਹੇ ਬਿਆਨ ਉਹ ਵੀ ਸੰਸਦ ਦੇ ਵਿੱਚ ਆ ਰਹੇ ਨੇ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਆਤਿਸ਼, ਪਿਛਲੇ 7 ਸਾਲਾਂ ਤੋਂ ਇਹ ਭਾਜਪਾ ਸਰਕਾਰ ਹੈਗੀ ਹੈ ਸੈਂਟਰ ਦੇ ਵਿੱਚ, ਔਰ ਉਹਨਾਂ ਦੀ ਜਿਸ ਤਰ੍ਹਾਂ ਦੀ ਹੱਠ ਹੈ, ਜਿਸ ਤਰ੍ਹਾਂ ਦਾ ਹੰਕਾਰ ਹੈ, ਜੋ ਆਪਾਂ ਕਹਿ ਦਈਏ ਇੱਕਦਮ ਚਲਾ ਜਾਏਗਾ, ਉਹਦੇ ਜਿਹੜੇ ਪ੍ਰਭਾਵ ਹੈ ਹੌਲੀ ਹੌਲੀ ਜਿਹੜੇ ਖਤਮ ਹੋਣਗੇ। ਤੁਸੀਂ ਤਾਂ ਗੱਲ ਕਰਦੇ ਹੋ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਕਿਸਾਨ, ਉਹਨਾਂ ਬਾਰੇ ਤੋਮਰ ਸਾਹਿਬ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਵੇਰਵਾ ਹੀ ਨਹੀਂ, ਸਾਨੂੰ ਇਲਮ ਨਹੀਂ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਜਿੰਨੇ ਵੀ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਇੱਕ ਸਟੇਜ ਤੇ ਜਾ ਕੇ ਇਹਨਾਂ ਨੇ ਮੰਨਣਾ ਹੀ ਤੋਂ ਇਨਕਾਰ ਕਰ ਦਿੱਤਾ ਸੀ। ਇਹ ਕਹਿੰਦੇ ਸੀ ਕਿ ਸਾਡੇ ਕੋਲ ਕੋਈ ਡਾਟਾ ਨਹੀਂ, ਕਿੰਨੇ ਕਿਸਾਨ ਸੁਸਾਈਡ ਕਰਦੇ ਨੇ। ਇਹ ਕਹਿੰਦੇ ਸੀ ਕਿ ਜੀ ਇਹ ਤਾਂ ਜਿਹੜਾ ਸਟੇਟ ਸਬਜੈਕਟ ਹੈ। ਹੁਣ ਜਦੋਂ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮਸਲਾ ਆਉਂਦਾ ਹੈ ਤਾਂ ਉਦੋਂ ਕਹਿ ਦਿੰਦੇ ਕਿ ਸਟੇਟ ਸਬਜੈਕਟ ਹੈ, ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ। ਪਰ ਜਦੋਂ ਖੇਤੀ ਕਾਨੂੰਨ ਬਣਾਉਣੇ ਸੀ ਉਦੋਂ ਕਹਿੰਦੇ ਕਿ ਜੀ ਇਹ ਸੈਂਟਰ ਦਾ ਸਬਜੈਕਟ ਹੈ, ਉਦੋਂ ਸਟੇਟ ਸਬਜੈਕਟ ਹੈ ਜਿਹੜਾ ਚੇਤੇ ਨਹੀਂ ਆਇਆ। ਹੁਣ ਵੀ ਜਿਹੜੇ ਇਹਨਾਂ ਨੇ ਅੰਕੜਾ ਪਿਛਲੇ 2-3 ਸਾਲ ਤੋਂ ਉਹ ਫੋਰਮ ਦੇ ਵਿੱਚ ਭਰਨਾ ਸ਼ੁਰੂ ਕੀਤਾ, ਉਹਦੇ ਵਿੱਚ ਵੀ ਜਿਹੜੀ ਖੇਤੀ ਖੁਦਕੁਸ਼ੀਆਂ ਦੀ ਗਿਣਤੀ ਹੈ ਜਿਹੜੀ ਪੰਜਾਬ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਕਾਫੀ ਘੱਟ ਦਿਖਾਈ ਹੈ। ਹੁਣ ਦੇਖੋ ਭਾਰਤ ਸਰਕਾਰ ਦਾ ਐਡਾ ਵੱਡਾ ਨੈਟਵਰਕ ਹੈ, ਤਾਣਾ ਬਾਣਾ ਹੈ, ਇਹਨਾਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਇੱਥੇ ਮਾਓਵਾਦੀ ਬੈਠੇ ਕਿਸਾਨ ਅੰਦੋਲਨ ਦੇ ਵਿੱਚ, ਅੱਤਵਾਦੀ ਬੈਠੇ, ਖਾਲਿਸਤਾਨੀ ਬੈਠੇ ਨੇ, ਠੀਕ ਹੈ। ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਥੇ ਕਿਸਾਨ ਕਿੰਨੇ ਸ਼ਹੀਦ ਹੋਏ ਨੇ, ਕਿੰਨੀਆਂ ਇੱਥੋਂ ਅਰਥੀਆਂ ਉੱਠੀਆਂ। ਉਹ ਅਰਥੀਆਂ ਤੋਂ ਹੀ ਇਲਮ ਹੋ ਜਾਂਦੇ ਨੇ, ਕਿਤੇ ਨਾ ਕਿਤੇ ਮੁਨਕਰ ਹੁੰਦੇ ਨੇ। ਪਰ ਸਾਡੀਆਂ ਜਿਹੜੀਆਂ ਸਟੇਟ ਸਰਕਾਰਾਂ ਨੇ, ਜਿਵੇਂ ਪਿੱਛੇ ਆਪਾਂ ਗੱਲ ਕੀਤੀ ਤੇਲੰਗਾਨਾ ਨੇ, ਉਹਨਾਂ ਨੇ ਵੀ ਜਿਹੜੇ ਸ਼ਹੀਦ ਹੋਏ ਆ ਕਿਸਾਨ, ਉਹਨਾਂ ਲਈ 3-3 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ 5-5 ਲੱਖ ਰੁਪਇਆ ਦੇ ਚੁੱਕੀ ਹੈਗੀ ਹੈ, ਅਤੇ ਕਿਸਾਨਾਂ ਦੀ ਸਮਾਰਕ ਬਣਾਉਣ ਦੀ ਵੀ ਪੰਜਾਬ ਸਰਕਾਰ ਹੈ ਜਿਹੜੀ ਨਾਲੋਂ ਨਾਲ ਗੱਲ ਕਰ ਰਹੀ ਹੈਗੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਤਾਂ ਨੌਕਰੀਆਂ ਦੀ ਗੱਲ ਕੀਤੀ ਹੈ ਕਿ ਸਾਰਿਆਂ ਨੂੰ ਅਸੀਂ ਜਿਹੜੀ ਸਰਕਾਰੀ ਨੌਕਰੀਆਂ ਦੇਵਾਂਗੇ। ਪਰ ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਅੱਜ ਤੱਕ ਸ਼ਹੀਦ ਕਿਸਾਨਾਂ ਦੀ ਮੌਤ 'ਤੇ ਕਦੇ 2 ਹੰਝੂ ਨਹੀਂ ਬਹਾਏ, ਤਾਂ ਉਹ ਕਿੱਥੋਂ ਆਪਾਂ ਆਸ ਕਰਦੇ ਹਾਂ ਕਿ ਉਹ ਸਾਨੂੰ ਵੇਰਵੇ ਦੇਣਗੇ। ਪਰ ਯੂਪੀ ਦੀਆਂ ਜਾਂ ਦੂਸਰੇ ਸਟੇਟਾਂ ਦੀਆਂ ਚੋਣਾਂ ਹੈ ਜਿਹਦਾ ਕਰਕੇ ਉਹਨਾਂ ਨੂੰ ਇਹ ਸਾਰਾ ਕੁਛ, ਜਾਂ ਕਿਸਾਨ ਅੰਦੋਲਨ ਦਾ ਇੰਨਾ ਪ੍ਰੈਸ਼ਰ ਸੀ, ਜਾਂ ਇੰਟਰਨੈਸ਼ਨਲ ਲੈਵਲ 'ਤੇ ਪ੍ਰਧਾਨ ਮੰਤਰੀ ਦੀ ਛਵੀ ਜਿਹੜੀ ਖਰਾਬ ਹੋ ਰਹੀ ਸੀ, ਉਹਨੂੰ ਦੇਖਦੇ ਹੋਏ ਜਿਹੜੀ ਰਾਤੋਂ ਰਾਤ ਇਹ ਫੈਸਲਾ ਜਿਹੜਾ ਉਹਨਾਂ ਨੂੰ ਲੈਣਾ ਪਿਆ ਹੈਗਾ। ਪਰ ਪੰਜਾਬ ਸਰਕਾਰ ਦਾ ਜਿੱਥੋਂ ਤੱਕ ਤਾਲੁਕ ਹੈਗਾ, ਪੰਜਾਬ ਸਰਕਾਰ ਨੇ ਵੀ ਦਿੱਤੇ ਹੈਗੇ ਨੇ ਆਪਣੇ 5-5 ਲੱਖ ਰੁਪਏ 'ਤੇ ਨੌਕਰੀਆਂ। ਪਰ ਕੱਲ੍ਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਹੈ ਪੰਜਾਬ ਦੇ, ਰਣਦੀਪ ਸਿੰਘ ਨਾਭਾ, ਉਹਨਾਂ ਨੇ ਖੁਦ ਕਿਹਾ ਕਿ ਹਜੇ 122 ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਨੌਕਰੀਆਂ ਦੇਣੀਆਂ ਨੇ, 157 ਨੂੰ ਅਸੀਂ ਦੇ ਚੁੱਕੇ ਹਾਂ। ਪਰ ਉਹਦੇ 'ਚ ਕਈ ਗੱਲਾਂ ਬਾਹਰ ਨਹੀਂ ਆਉਂਦੀਆਂ। ਹੁਣ ਸਾਡੇ ਕੋਲ ਅੱਜ ਹੀ ਪਤਾ ਲੱਗਿਆ ਕਿ ਮੋਹਾਲੀ ਜਿਹੜਾ ਖੇਤੀਬਾੜੀ ਭਵਨ ਬਣਿਆ ਹੋਇਆ ਇਹਨਾਂ ਦਾ ਸਟੇਟ ਹੈੱਡਕੁਆਟਰ ਹੈ, ਉੱਥੇ 5-6 ਕਿਸਾਨਾਂ ਦੇ ਪਰਿਵਾਰ ਹੈ ਜਿਹੜੇ ਨੌਜਵਾਨ ਹੈ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲ ਗਏ ਨੇ, ਪਰ ਉਹਨਾਂ ਨੂੰ ਜੁਆਇਨ ਨਹੀਂ ਕਰਾਇਆ ਜਾ ਰਿਹਾ। ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋ ਗਈ ਹੈ, ਉਹਨਾਂ ਦਾ ਮੈਡੀਕਲ ਹੋ ਚੁੱਕਾ ਹੈਗਾ, ਉਹਨਾਂ ਨੂੰ DC ਨੇ ਆਪਣੇ ਹੱਥੀਂ ਜਿਹੜੇ ਨਿਯੁਕਤੀ ਪੱਤਰ ਦਿੱਤੇ ਹੋਏ ਨੇ, ਪਰ ਖੇਤੀਬਾੜੀ ਮਹਿਕਮਾ ਉਹਨਾਂ ਨੂੰ ਕਿਉਂਕਿ ਕਲੈਰੀਕਲ ਦੀ ਜੋਬ ਹੈ, ਉਹਨਾਂ ਨੂੰ ਜੁਆਇਨ ਨਹੀਂ ਕਰਾਇਆ। ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਤਾਂ ਜਿਹੜੇ ਸਾਈਨ ਕੀਤੇ ਉਹ ਪੁਰਾਣੇ ਡਾਇਰੈਕਟਰ ਰਿਟਾਇਰ ਹੋ ਗਿਆ। ਇਹਦੇ ਵਿੱਚ ਉਹਨਾਂ ਦਾ ਕਸੂਰ ਕੀ ਹੈ? ਕੋਈ ਹੋਰ ਅਥਾਰਟੀ ਸਾਈਨ ਕਰਕੇ ਉਹਨਾਂ ਨੂੰ ਜੁਆਇਨ ਕਰਾਵੇ। ਇਸ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਨਾਲੋਂ ਨਾਲ ਹੈ ਖੜੀਆਂ ਹੋ ਰਹੀਆਂ ਨੇ ਔਰ ਸਾਡੇ ਸਾਹਮਣੇ ਆ ਰਹੀਆਂ ਨੇ। ਉਮੀਦ ਹੈ ਕਿ ਪੰਜਾਬ ਸਰਕਾਰ ਇਹਨਾਂ ਵੱਲ ਜ਼ਰੂਰ ਧਿਆਨ ਦੇਵੇਗੀ। ਚਰਨਜੀਤ ਜੀ, ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਦਿੱਲੀ ਦੀ ਬਰੂਹਾਂ 'ਤੇ ਚੱਲ ਰਿਹਾ ਅੰਦੋਲਨ ਵੀ ਜਿਹੜਾ ਹੈ ਹੁਣ ਨਹੀਂ ਤਾਂ ਕੁਝ ਦਿਨਾਂ ਨੂੰ ਜਿਹੜਾ ਹੈਗਾ ਖਤਮ ਹੋ ਜਾਏਗਾ। ਕਿਸਾਨ ਖੁਸ਼ੀ ਘਰ ਵਾਪਸੀ ਕਰਨਗੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਸਾਨ ਅੰਦੋਲਨ ਦੀ ਘਰ ਵਾਪਸੀ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜਾ ਕਾਂਬਾ ਛਿੜ ਰਿਹਾ, ਇਹਦੇ ਪਿੱਛੇ ਕਾਰਨ ਕੀ ਰਹਿ ਰਹੇ ਨੇ? ਅਤੇ ਦੂਜਾ, ਲੰਘੇ ਦਿਨ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇੱਕ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ ਗਿਆ। ਉਸ ਪੱਤਰ ਵਿੱਚ ਉਹਨਾਂ ਨੇ ਕੀ ਕੁਝ ਜ਼ਿਕਰ ਕੀਤਾ? ਦੇਖੋ, ਤੁਹਾਨੂੰ ਯਾਦ ਹੋਏਗਾ ਕਿ 2-3 ਦਿਨ ਪਹਿਲਾਂ ਦੀ ਗੱਲ ਹੈ
ਕਿ ਪੰਜਾਬ ਦੀਆਂ ਕਿਸਾਨ ਧਿਰਾਂ ਦੇ ਵਿੱਚੋਂ 2-3 ਆਗੂਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਕਰਜ਼ੇ ਦਾ ਮਸਲਾ ਵੀ ਹੁਣ ਉਠਾਵਾਂਗੇ ਜਦੋਂ ਦਿੱਲੀ ਤੋਂ ਅੰਦੋਲਨ ਸਮਾਪਤ ਹੋ ਗਏ। ਤਾਂ ਪੰਜਾਬ ਸਰਕਾਰ ਨੂੰ ਹੁਣ ਇਹ ਡਰ ਲੱਗਿਆ ਹੈਗਾ ਕਿ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਅੰਦੋਲਨ ਖਤਮ ਹੋ ਕੇ ਵਾਪਸ ਪੰਜਾਬ ਆਵੇਗਾ ਤਾਂ ਫਿਰ ਸਾਡੀ ਵਾਰੀ ਆਏਗੀ। ਤਾਂ ਉਸ ਡਰ ਦੇ ਵਿੱਚ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਪੱਤਰ ਹੈ ਜਿਹੜਾ ਕੱਲ੍ਹ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ। ਉਸ ਪੱਤਰ ਲਿਖਣ ਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਅਸੀਂ ਸਮੁੱਚਾ ਜਿਹੜਾ ਕਰਜ਼ਾ ਕਿਸਾਨੀ ਦਾ, ਖੇਤ ਮਜ਼ਦੂਰਾਂ ਦਾ ਮਾਫ ਕਰਾਂਗੇ, ਕਿ ਸਰਕਾਰ ਉਸ ਤੋਂ ਮੁਨਕਰ ਹੋ ਗਈ ਹੈ। ਹੁਣ ਤੱਕ ਤਾਂ ਇਹ ਸੀ ਕਿ ਅਸੀਂ ਮਾਫ ਕਰਾਂਗੇ ਜੀ, 4600 ਕੁਛ ਕਰੋੜ ਰੁਪਏ ਇਹਨਾਂ ਨੇ ਮਾਫੀ ਪੰਜਾਬ ਸਰਕਾਰ ਨੇ ਕੀਤਾ ਸੀ। ਫਸਟ ਪੇਜ ਦੇ ਵਿੱਚ 572 ਕਰੋੜ ਰੁਪਈਆ ਜਿਹੜਾ ਖੇਤ ਮਜ਼ਦੂਰਾਂ ਦਾ ਵੀ ਇਹਨਾਂ ਨੇ ਮਾਫ ਕੀਤਾ ਹੈਗਾ। ਪਰ ਜਿਹੜਾ ਟੋਟਲ ਸਮੁੱਚਾ ਕਰਜ਼ਾ ਉਹ 90,000 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ, ਔਰ ਸ਼ਾਹੂਕਾਰ ਦਾ ਕਰਜ਼ਾ ਵੀ ਉਹਦੇ ਵਿੱਚ ਸ਼ਾਮਲ ਹੈਗਾ। ਤਾਂ ਇਹਨਾਂ ਨੇ ਜਦੋਂ ਹੁਣ ਲੱਗਿਆ ਕਿ ਚੋਣਾਂ ਦੇ ਵਿੱਚ ਹੁਣ ਸਾਨੂੰ ਇਹ ਸਵਾਲ ਪੁੱਛੇ ਜਾਣਗੇ, ਜਾਂ ਕਿਸਾਨ ਧਿਰਾਂ ਨੇ ਪਿੱਛੇ ਆਗੂਆਂ ਨੇ ਇਹਨਾਂ ਮੀਟਿੰਗ ਵੀ ਕੀਤੀ ਸੀ ਮੁੱਖ ਮੰਤਰੀ ਨਾਲ, ਤਾਂ ਉਹਦੇ ਵਿੱਚ ਬਾਕੀ ਇਸ਼ੂ ਜਿਹੜੇ ਡਿਸਕਸ ਹੋ ਗਏ ਸੀਗੇ, ਪਰ ਇਕੱਲਾ ਕਰਜ਼ਾ ਮਾਫੀ ਦਾ ਜਿਹੜਾ ਪੈਂਡਿੰਗ ਰੱਖ ਲਿਆ ਗਿਆ ਸੀ। ਤਾਂ ਹੁਣ ਇਹਨਾਂ ਨੇ ਸਾਡੇ ਮੁੱਖ ਮੰਤਰੀ ਨੇ ਇਹ ਤੋਂ ਪੱਲੇ ਹੀ ਝਾੜ ਲਿਆ ਕਿ ਅਸੀਂ ਉਹਦਾ ਮਤਲਬ ਪੱਤਰ ਲਿਖਣ ਦਾ ਇਹ ਹੈ ਸਿੱਧਾ ਇਹਨਾਂ ਨੇ ਕਿਹਾ ਕਿ ਜੇ ਮੁਕੰਮਲ ਕਰਜ਼ਾ ਮਾਫੀ ਕੀਤੀ ਜਾਣੀ ਹੈ ਤਾਂ ਭਾਰਤ ਸਰਕਾਰ ਇਹਨੂੰ ਆਪਦੇ ਹੱਥਾਂ 'ਚ ਲਵੇ। ਭਾਰਤ ਸਰਕਾਰ ਕੋਈ ਐਸੀ ਹਿੱਸੇਦਾਰੀ ਵਾਲੀ ਸਕੀਮ ਬਣਾਵੇ, ਸੈਂਟਰ ਸਟੇਟ ਸ਼ੇਅਰਿੰਗ ਵਾਲੀ, ਕਿ ਜਿਹਦੇ ਵਿੱਚ ਅਸੀਂ ਸ਼ੇਅਰ ਪਾਵਾਂਗੇ, ਚਾਹੇ ਸਾਡੀ ਵਿੱਤੀ ਹਾਲਤ ਪੰਜਾਬ ਦੀ ਬਹੁਤੀ ਸੁਖਾਵੀਂ ਨਹੀਂ, ਪਰ ਇਹਦੇ ਬਾਵਜੂਦ ਅਸੀਂ ਕਿਸਾਨੀ ਲਈ ਪਾਵਾਂਗੇ। ਇਹਦਾ ਮਤਲਬ ਹੈ ਕਿ ਇਹਨਾਂ ਨੇ ਆਪਣੇ ਪਾਲੇ 'ਚੋਂ ਗੇਂਦ ਹੈ ਜਿਹੜੀ ਸਿੱਟਣੀ ਚਾਹੀ ਹੈ, ਕਿਉਂਕਿ ਪ੍ਰੋਮਿਸ ਇਹਨਾਂ ਨੇ ਕੀਤਾ ਸੀ ਪੂਰਾ ਤਾਂ ਕਾਂਗਰਸ ਸਰਕਾਰ ਨੂੰ ਕਰਨਾ ਪਏਗਾ, ਪਰ ਇਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਕੇਂਦਰ ਜ਼ਿੰਮੇਵਾਰੀ ਉਠੇ। ਚਲੋ ਆਪਾਂ ਇਸ ਨੂੰ ਵੀ ਸੱਚ ਮੰਨ ਲਈਏ ਤਾਂ ਜਿਹੜਾ ਸਾਡਾ ਖੇਤੀ ਮਹਿਕਮਾ ਹੈ ਪੰਜਾਬ ਦਾ, ਉਹਦੀਆਂ ਜਿੰਨੀਆਂ ਵੀ ਸਕੀਮਾਂ ਨੇ ਇਸ ਵੇਲੇ ਜਿਹਦੇ ਵਿੱਚ ਪੈਸਾ ਆ ਰਿਹਾ ਹੈਗਾ, ਉਹ ਸਾਰਾ ਸੈਂਟਰ ਦਾ ਆ ਰਿਹਾ। ਸੈਂਟਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ, ਸਟੇਟ ਦੀਆਂ ਆਪਦੀ ਕੋਈ ਸਕੀਮ ਨਹੀਂ ਹੈਗੀ ਜਿਹਦੇ ਵਿੱਚ ਪੈਸਾ ਜਾ ਰਿਹਾ ਹੋਵੇ, ਬਸ ਦੇ ਵਿੱਚ ਰੱਖਿਆ ਜਾ ਰਿਹਾ ਹੋਵੇ। ਜਿੰਨੀਆਂ 60% ਹੈ ਜਿਹੜੀਆਂ ਅਲੱਗ-ਅਲੱਗ ਸਕੀਮਾਂ ਨੇ, ਚਾਹੇ ਕ੍ਰਿਸ਼ੀ ਵਿਕਾਸ ਵਾਲੀ ਹੋਵੇ, ਸੋਇਲ ਹੈਲਥ ਸਕੀਮ ਹੋਵੇ, ਇੱਦਾਂ ਦੀਆਂ, ਉਹਦੇ ਵਿੱਚ 60% ਸ਼ੇਅਰ ਹੈ ਜਿਹੜਾ ਉਹ ਸੈਂਟਰ ਦਿੰਦਾ ਹੈ, 40% ਸ਼ੇਅਰ ਹੈ ਜਿਹੜਾ ਉਹ ਸਟੇਟ ਗਵਰਨਮੈਂਟ ਪਾਉਂਦੀ ਹੈ। ਤਾਂ ਸਾਰੀਆਂ ਸਕੀਮਾਂ ਦੀ ਤੁਸੀਂ ਫਰੋਲਾ ਫਰਾਲੀ ਕਰ ਲਓ ਕਿ ਬਹੁਤੀਆਂ ਸਕੀਮਾਂ ਦੇ ਵਿੱਚ ਸਟੇਟ ਨੇ ਆਪਣਾ ਸ਼ੇਅਰ ਹੀ ਨਹੀਂ ਪਾਇਆ। ਇਹ ਤਾਂ ਆਪਣਾ ਪੱਲਾ ਝਾੜ ਲੈਂਦੇ ਨੇ ਕਿ ਜੇ ਅਸੀਂ 10,000 ਦੇ ਕਰੋੜ ਜਿਹੜੀ ਕਰੀਬ ਹੈਗੀ ਹੈ ਉਹ ਬਿਜਲੀ ਸਬਸਿਡੀ ਦੇਤੀ, ਤਾਂ ਹੁਣ ਕਰਜ਼ਾ ਮਾਫੀ ਕੀਤੀ ਹੈ, ਇਹਨੂੰ ਵੀ ਉਹਦੇ ਵਿੱਚ ਇਨਕਲੂਡ ਕਰ ਲੈਣਗੇ। ਤਾਂ ਇਹ ਇੰਨੀ ਕੁ ਜ਼ਿੰਮੇਵਾਰੀ ਆਪਣੇ ਤਰਫੋਂ ਜਿਹੜਾ ਪੰਜਾਬ ਸਰਕਾਰ ਹੈ ਜਿਹੜੀ ਉਹ ਨਿਭਾ ਰਹੀ ਹੈਗੀ ਹੈ। ਹਾਲਾਂਕਿ ਦੂਜੀਆਂ ਸਟੇਟਾਂ ਜਿਹੜੀਆਂ ਹੈਗੀਆਂ, ਛੱਤੀਸਗੜ੍ਹ ਹੈਗੀ ਹੈ, ਤੇਲੰਗਾਨਾ ਹੈਗੀ ਹੈ, ਉਹ ਆਪਣੇ ਖੇਤੀ ਬਜਟ ਦੇ ਵਿੱਚ ਵੱਡਾ ਹਿੱਸਾ ਹੈ ਜਿਹੜਾ ਇੰਡੀਆ 'ਚੋਂ ਪਹਿਲੇ ਨੰਬਰ 'ਤੇ ਦੋਨੇ ਸਟੇਟ, ਕਿ ਵੱਡਾ ਪੋਰਸ਼ਨ ਹੈ ਐਲੋਕੇਟ ਕਰਦੇ ਆ ਖੇਤੀਬਾੜੀ ਔਰ ਅਲਾਈਡ ਐਕਟੀਵਿਟੀਜ਼ ਲਈ। ਪਰ ਪੰਜਾਬ ਸਰਕਾਰ ਵੱਲੋਂ ਸਿਰਫ 10.9 ਹੈ ਜਿਹੜਾ ਉਹ ਐਲੋਕੇਟ ਕੀਤਾ ਜਾਂਦਾ ਖੇਤੀ ਬਜਟ ਦੇ ਵਿੱਚ ਇਸ ਵਾਰ ਦੇ ਵਿੱਚ। ਉਹਦੇ ਵਿੱਚ ਵੀ ਮੁੱਖ ਤੌਰ 'ਤੇ ਜਿਹੜੀ ਬਿਜਲੀ ਸਬਸਿਡੀ ਆ ਜਾਂਦੀ ਹੈ, ਜਾਂ ਜਿਹੜੇ ਕਰਜ਼ਾ ਮਾਫੀ ਵਾਲਾ ਪੈਸਾ ਇਹ ਸ਼ਾਮਲ ਆ ਜਾਂਦਾ ਹੈ। ਆਪਣੀ ਤਰਫੋਂ ਸਟੇਟ ਦੀ ਕੋਈ ਇੱਦਾਂ ਦੀ ਪਲਾਨ ਜਾਂ ਕੋਈ ਸਕੀਮ ਨਹੀਂ ਹੈਗੀ ਹੈ। ਸੋ ਸਾਨੂੰ ਤਾਂ ਕਦੇ ਹੁਣ ਪਿੱਛੇ ਇੱਕ ਡਾਇਰੈਕਟਰ ਰਿਟਾਇਰ ਹੋਇਆ ਸੀਗਾ, ਉਸ ਤੋਂ ਬਾਅਦ ਥੋੜ੍ਹੇ ਟਾਈਮ ਲਈ ਹੁਣ ਇਹ ਡਾਇਰੈਕਟਰ ਰਿਟਾਇਰ ਹੋ ਗਿਆ। ਅੱਜ ਜਿਹੜਾ ਖੇਤੀ ਮਹਿਕਮਾ ਉਹ ਡਾਇਰੈਕਟਰਲੈਸ ਹੈ। ਤਾਂ ਚੰਨੀ ਸਰਕਾਰ ਨੂੰ ਜ਼ਰੂਰ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਘੇਰਾਬੰਦੀ ਹੋਏਗੀ। ਇਹਨਾਂ ਤੋਂ ਵੀ ਸਵਾਲ ਹੈ ਜਿਹੜੇ ਪੁੱਛੇ ਜਾਣੇ ਨੇ। ਚਰਨਜੀਤ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਇਸ ਦੇ ਨਾਲ ਹੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ ਪੰਜਾਬ ਦੇ ਬਤੌਰ ਮੁੱਖ ਮੰਤਰੀ ਰਹਿੰਦਿਆਂ ਪਿਛਲੇ 4.5 ਸਾਲਾਂ ਦੇ ਕਾਰਜਕਾਲ ਦੌਰਾਨ ਕਦੀ ਵੀ ਕਿਸਾਨੀ ਦੀ ਗੱਲ ਨਹੀਂ ਕਰੀ, ਕਦੀ ਕਿਸਾਨੀ ਦਾ ਮੁੱਦਾ ਨਹੀਂ ਚੁੱਕਿਆ। ਪਰ ਜਦੋਂ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਹੁਣ ਮੁੱਖ ਮੰਤਰੀ ਵੀ ਨੇ ਹੈ ਨਹੀਂ, ਤੇ ਕੀ ਨਾ ਹੁਣ ਉਹ ਜਿਹੜਾ ਹੈਗਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਭੱਜਦੇ ਦਿਖਾਈ ਦੇ ਰਹੇ ਨੇ। ਚਾਹੇ ਉਹ ਕਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਨੇ, ਭਾਵੇਂ ਉਹ ਕਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ। ਅਸੀਂ ਜਾਣਨਾ ਚਾਹਾਂਗੇ ਇਸ ਦੇ ਪਿੱਛੇ ਕਾਰਨ ਕੀ ਹੈ ਤੇ ਕੀ ਉਹਨਾਂ ਦੇ ਪੱਲੇ ਕੁਝ ਪੈਂਦਾ ਦਿਖਾਈ ਦੇ ਰਿਹਾ। ਦੇਖੋ, ਸਿਆਸਤਦਾਨ ਜਦੋਂ ਵੀ ਕੋਈ ਐਕਟੀਵਿਟੀ ਕਰਦਾ ਉਹਦਾ ਕਾਰਨ ਤਾਂ ਇੱਕੋ ਹੀ ਹੁੰਦਾ ਕਿ ਉਹਦਾ ਮਤਲਬ ਹੁੰਦਾ ਕਿ ਉਹ ਜਿਹੜੀ ਖੁੱਸੀ ਹੋਈ ਸੱਤਾ ਹੈ ਉਸ ਨੂੰ ਵਾਪਸ ਲੈਣਾ। ਤਾਂ ਸਭ ਤੋਂ ਪਹਿਲਾਂ ਤੁਹਾਡੇ ਚੇਤੇ ਹੋਏਗਾ ਕਿ ਜਦੋਂ ਇਹਨਾਂ ਦੀ ਗੱਦੀ ਚਲੀ ਗਈ ਸੀ ਤਾਂ ਪ੍ਰਾਈਮ ਮਿਨਿਸਟਰ ਨੂੰ ਵੀ ਮਿਲਣ ਚਲੇ ਗਈ ਸੀ, ਅਮਿਤ ਸ਼ਾਹ ਨੂੰ ਵੀ ਮਿਲਣ ਚਲੇ ਗਈ ਸੀ, ਔਰ ਕੱਲ੍ਹ ਖੱਟੜ ਨੂੰ ਵੀ ਮਿਲੇ ਨੇ। ਖੱਟੜ ਨੂੰ ਮਿਲ ਕੇ ਵੀ ਇਹ ਇੰਪਰੈਸ਼ਨ ਇੱਕੋ ਹੀ ਦੇਣਾ ਚਾਹੁੰਦੇ ਨੇ ਕਿ ਜਿੰਨੇ ਕੇਸ ਹਰਿਆਣਾ ਦੇ ਵਿੱਚ ਕਿਸਾਨਾਂ 'ਤੇ ਦਰਜ ਹੋਏ ਨੇ, ਜੇ ਕੱਲ੍ਹ ਨੂੰ ਹਰਿਆਣਾ ਸਰਕਾਰ, ਕਿਉਂਕਿ ਫੈਸਲਾ ਤਾਂ ਲੈਣਾ ਹੀ ਪੈਣਾ ਅਲਟੀਮੇਟਲੀ, ਕਿਉਂਕਿ ਵੱਡੇ ਮਸਲੇ ਜਦੋਂ ਹੱਲ ਕਰਦੇ ਛੋਟੇ ਮਸਲਿਆਂ 'ਤੇ ਜਿਹੜੀ ਕੇਂਦਰ ਸਰਕਾਰ ਨਹੀਂ ਕੋਈ ਅੜੀ ਫੜੇਗੀ ਕਿਸੇ ਕਿਸਮ ਦੀ, ਤਾਂ ਉਹਦਾ ਇਹ ਚਾਹੁੰਦੇ ਨੇ ਕਿ ਕ੍ਰੈਡਿਟ ਮੈਨੂੰ ਜਾਵੇ। ਪਹਿਲਾਂ ਤਾਂ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਇਹਨਾਂ ਨੇ ਪੂਰੀ ਬਾਹ ਲਾਈ
ਕਿ ਸਾਰਾ ਕ੍ਰੈਡਿਟ ਹੈ ਜਿਹੜਾ ਮੇਰੀ ਝੋਲੀ ਪੈਣਾ ਚਾਹੀਦਾ, ਪਰ ਭਾਜਪਾ ਵਾਲੇ ਬੜੇ ਸ਼ਾਤਰ ਨੇ, ਉਹ ਇੰਨੀ ਛੇਤੀ ਕਿਵੇਂ ਮੰਨਣ ਵਾਲੇ ਥੋੜ੍ਹੇ ਹੀ ਨੇ ਕਿਸੇ ਨੂੰ ਕ੍ਰੈਡਿਟ ਦੇਣ ਵਾਲੇ। ਤਾਂ ਹੁਣ ਵੀ ਇਹਨਾਂ ਨੂੰ ਲੱਗਦਾ ਕਿ ਮੈਂ ਖੱਟੜ ਨੂੰ ਮਿਲ ਕੇ ਆਇਆ ਤਾਂ ਇੱਕ ਮੈਸੇਜ ਆਏਗਾ ਸੁਸਾਇਟੀ ਦੇ ਵਿੱਚ, ਕਿਸਾਨਾਂ ਦੇ ਵਿੱਚ, ਕਿ ਇਹ ਮਿਲ ਕੇ ਇਹਨਾਂ ਨੇ ਜ਼ੋਰ ਪਾਇਆ ਉਹਨਾਂ ਨੂੰ, ਅਤੇ ਉਹਨਾਂ ਨੇ ਆਪਣੇ ਜਿਹੜੇ ਕੇਸ ਦਰਜ ਹੈ ਕਿਸਾਨਾਂ 'ਤੇ ਉਹ ਵਾਪਸ ਲੈ ਲਏ ਨੇ। ਪਰ ਕਿਸਾਨ ਨੇ ਭੋਲੇ ਨਹੀਂ ਹੈਗੇ, ਕਿਉਂਕਿ 1 ਸਾਲ ਦੇ ਅੰਦੋਲਨ ਨੇ ਕਿਸਾਨਾਂ ਨੂੰ ਬਹੁਤ ਸਿਆਣੇ ਕਰ ਦਿੱਤਾ, ਉਹਨਾਂ ਨੂੰ ਬੜੀ ਸੋਝੀ ਆਈ ਹੈ। ਉਹ ਹੁਣ ਅਮਰਿੰਦਰ ਸਿੰਘ 'ਤੇ ਇੱਦਾਂ ਥੋੜ੍ਹੇ ਫੇਥ ਕਰਨਗੇ। ਪਹਿਲਾਂ ਅਮਰਿੰਦਰ ਸਿੰਘ ਨੂੰ ਆਪਣਾ ਹਿਸਾਬ ਦੇਣਾ ਪਏਗਾ। ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ ਪੰਜਾਬ ਲੋਕ ਕਾਂਗਰਸ, ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਜਪਾ ਨਾਲ ਉਹ ਜਿਹੜਾ ਗੱਠਜੋੜ ਕਰਨਗੇ, ਔਰ ਭਾਜਪਾ ਵੀ ਇਸ ਲਈ ਤਿਆਰ ਹੈ। ਪਰ ਇਹਨਾਂ ਨੂੰ ਇੰਨਾ ਕੁ ਖਿਆਲ ਰੱਖਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਦੋਂ ਇਹ ਲੋਕਾਂ 'ਚ ਆਉਣ ਉਸ ਤੋਂ ਪਹਿਲਾਂ ਆਪਣਾ ਰਿਪੋਰਟ ਕਾਰਡ ਜ਼ਰੂਰ ਲੈ ਕੇ ਜਾਣ। ਚੋਣਾਂ ਸੀ ਜੋ 2017 ਦੀਆਂ, ਤਾਂ ਉਦੋਂ ਇਹ ਕਿਸਾਨਾਂ ਨੂੰ ਇੱਕ ਅਪੀਲ ਕਰਦੇ ਹੁੰਦੇ ਸੀ ਕਿ ਤੁਸੀਂ ਖੁਦਕੁਸ਼ੀ ਨਾ ਕਰਨਾ ਅਤੇ ਮੈਂ ਆ ਜਾਵਾਂਗਾ ਅਤੇ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਕਰ ਦੇਵਾਂਗਾ। ਪਹਿਲਾਂ ਇਹਨੂੰ ਦੱਸਣਾ ਪਏਗਾ ਕਿ ਪੰਜਾਬ ਦੇ ਵਿੱਚ, ਇਹਦੇ ਰਾਜ ਭਾਗ ਦੇ ਵਿੱਚ ਸੈਂਕੜੇ ਕਿਸਾਨ, ਹਜ਼ਾਰਾਂ ਕਿਸਾਨ ਹੈ ਜਿਹੜੇ ਖੁਦਕੁਸ਼ੀ ਕਰ ਗਏ ਨੇ। ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ? ਉਹਨਾਂ ਲਈ ਕਿਹੋ ਜਿਹੇ ਹਾਲਾਤ ਤੁਸੀਂ ਬਣਾਏ? ਕਿਹੋ ਜਿਹੀ ਖੇਤੀ ਪਾਲਿਸੀ ਦੀ ਆਪਾਂ ਕਿੰਨੇ ਵਾਰੀ ਗੱਲ ਕੀਤੀ, ਤੁਸੀਂ ਤਾਂ ਉਹ ਨਹੀਂ ਬਣਾ ਸਕੇ। ਉਹਦਾ ਡਰਾਫਟੀ ਜਿਹੇ ਮਸੌਦਾ ਜਿਹੜਾ ਤਿਆਰ ਕੀਤਾ ਹੋਇਆ, ਉਹਨੂੰ ਹਕੀਕੀ ਸ਼ੇਪ ਨਹੀਂ ਦੇ ਸਕੇ ਤੁਸੀਂ। ਇਸ ਤੋਂ ਇਲਾਵਾ ਹੋਰਨਾਂ ਮੁੱਦਿਆਂ 'ਤੇ ਤੁਹਾਨੂੰ ਦੱਸਣਾ ਪਏਗਾ ਕਿ ਕਰਜ਼ਾ ਮਾਫੀ ਤੁਸੀਂ ਕਿਹਾ ਕਿ ਸਾਰੀ ਮਾਫ ਕਰਾਂਗੇ, ਤੁਸੀਂ 4.5 ਸਾਲ ਦੇ ਵਿੱਚ ਕੀ ਕੀਤਾ? 4.5 ਸਾਲ ਦੇ ਵਿੱਚ ਤੁਸੀਂ ਕਿੰਨੇ ਪੰਜਾਬ ਦੇ ਜ਼ਿਲ੍ਹਿਆਂ ਦਾ ਦੌਰਾ ਕੀਤਾ? ਕਿੰਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ? ਇਹ ਤਾਂ ਕਿਸਾਨ ਅੰਦੋਲਨ ਚੱਲਿਆ ਤਾਂ ਇਹਨਾਂ ਨੂੰ ਮੁਲਾਕਾਤ ਕਰਨੀ ਪੈ ਗਈ ਹੈਗੀ ਆ। ਕਿੰਨਾ ਟਾਈਮ ਤਾਂ ਅਮਰਿੰਦਰ ਸਿੰਘ ਖੁਦ ਜਿਹੜਾ ਕੋਵਿਡ ਦੇ ਬਹਾਨੇ ਘਰ ਦੇ ਵਿੱਚੋਂ ਨਹੀਂ ਸੀ ਨਿਕਲੇ, ਅਤੇ ਹੁਣ ਉਹਨਾਂ ਨੂੰ ਕਿਸਾਨਾਂ ਦਾ ਹੇਜ਼ ਆ ਰਿਹਾ ਹੈਗਾ। ਤਾਂ ਕਿਸਾਨ ਤੁਸੀਂ ਇਹਨਾਂ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਇੰਨੇ ਸਸਤੇ ਨਾ ਸਮਝੋ ਕਿ ਕਿਸਾਨਾਂ ਦੀ ਅਸੀਂ ਵੋਟ ਇਸ ਤਰ੍ਹਾਂ ਹਥਿਆ ਲਵਾਂਗੇ। ਅਤੇ ਹੁਣ ਕਿਸਾਨ ਵੀ ਜਿਹੜੇ ਲੀਡਰਾਂ ਵਾਂਗੂ ਕਾਫੀ ਚੁਸਤ ਹੋ ਗਏ ਨੇ, ਚਾਹੇ ਉਹ ਟਾਈਮ ਪਾ ਕੇ, ਚਾਹੇ ਉਹ ਕਿਸਾਨੀ ਅੰਦੋਲਨ ਦੀ ਬਦੌਲਤ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਗੱਲ ਕਲੀਅਰ ਹੋ ਜਾਏਗੀ ਕਿ ਜਿਹੜਾ ਸੁਪਨਾ ਲੈ ਰਹੇ ਨੇ ਅਮਰਿੰਦਰ ਸਿੰਘ, ਉਹ ਕਿੰਨਾ ਕੁ ਪੂਰਾ ਹੋਏਗਾ। ਅਤੇ ਪਤਾ ਉਦੋਂ ਲੱਗੇਗਾ ਕਿ ਜਦੋਂ ਇਹ ਫੀਲਡ ਦੇ ਵਿੱਚ ਜਾਣਗੇ ਅਤੇ ਕਿਸਾਨ ਉਹਨਾਂ ਨੂੰ ਘੇਰ ਕੇ ਸਾਰਾ ਉਹਨਾਂ ਦਾ ਜਿਹੜਾ ਰਿਪੋਰਟ ਕਾਰਡ ਹੈ ਉਹਨਾਂ ਤੋਂ ਦੱਸਣ ਲਈ ਉਹਨੂੰ ਮਜਬੂਰ ਕਰਨਗੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਹੜਾ ਹੈਗਾ ਸਾਰਾ ਕ੍ਰੈਡਿਟ ਆਪ ਲੈਣ ਦੀ ਕੋਸ਼ਿਸ਼ ਕੀਤੀ, ਅਤੇ ਹੁਣ ਜਿਹੜਾ ਹੈਗਾ ਹਰਿਆਣਾ ਸਰਕਾਰ ਤੋਂ ਕੇਸ ਵਾਪਸੀ ਦੀ ਜਿਹੜਾ ਹੈਗੀ ਆ, ਪੁਲਿਸ ਕੇਸ ਦਰਜ ਕੀਤੇ ਹੋਏ ਨੇ, ਉਹ ਵਾਪਸ ਕਰਾਉਣ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਹ ਭੁੱਲ ਰਹੇ ਨੇ ਵੀ ਕਿ 4.5 ਸਾਲਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਕਿਸਾਨਾਂ ਲਈ ਕੀ ਕੁਝ ਕੀਤਾ ਹੈ, ਉਹ ਉਹਨਾਂ ਨੂੰ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਵੀ ਅਤੇ ਸੂਬੇ ਦੇ ਲੋਕਾਂ ਨੂੰ ਦੱਸਣਾ ਪਵੇਗਾ, ਅਤੇ ਲੋਕ ਵੀ ਉਹਨਾਂ ਨੂੰ ਪੁੱਛਣ ਲਈ ਤਿਆਰ ਬੈਠੇ ਨੇ ਵੀ ਕਿ ਤੁਸੀਂ 4.5 ਸਾਲਾਂ ਦੇ ਕਾਰਜਕਾਲ ਲਈ ਸੂਬੇ ਲਈ ਕੀ ਕੀਤਾ। ਉਹ ਉਹਨਾਂ ਨੂੰ ਜ਼ਰੂਰ ਦੱਸਣਾ ਪਏਗਾ। ਇਹਦਾ ਰਿਪੋਰਟ ਕਾਰਡ ਉਹਨਾਂ ਨੂੰ ਲੈ ਕੇ ਲੋਕਾਂ 'ਚ ਜ਼ਰੂਰ ਜਾਣਾ ਪਵੇਗਾ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।